अध्याय पहले 5 वचनां ਨੂੰ ਅਸੀਂ ਸਾਰੇ ਮਿਲ ਕੇ ਪੜਾਂਗੇ। ਜਿਨ੍ਹਾਂ ਦਿਨਾਂ 'ਚ ਨਿਆਈ ਲੋਕ ਰਾਜ ਕਰਦੇ ਸੀ ਉਹਨਾਂ ਦਿਨਾਂ 'ਚ ਦੇਸ਼ 'ਚ ਅਕਾਲ ਪੈ ਗਿਆ। ਤਦ ਯਹੂਦਾ ਦੇ ਬੈਤਲਹਮ ਦਾ ਇੱਕ ਵਾਸੀ ਆਪਣੀ ਪਤਨੀ ਤੇ ਦੋਨੇ ਪੁੱਤਰਾਂ ਨੂੰ ਨਾਲ ਲੈ ਕੇ ਮੁਆਬ ਦੇ ਦੇਸ਼ ਦੇ ਵਿੱਚ ਜਾ ਕੇ ਪਰਦੇਸੀ ਹੋ ਕੇ ਰਹਿਣ ਲੱਗ ਪਿਆ। ਉਸ ਆਦਮੀ ਦਾ ਨਾਮ ਐਲੀਮੇਲੇਕ ਅਤੇ ਉਸ ਦੀ ਪਤਨੀ ਦਾ ਨਾਮ ਨਿਓਮੀ, ਉਹਦੇ ਪੁੱਤਰਾਂ ਦੇ ਨਾਮ ਮਹਲੋਨ ਅਤੇ ਕਿਲਿਓਨ ਸੀ। ਇਹ ਐਪਰਾਤੀ ਸੀ ਅਤੇ ਯਹੂਦਾ ਦੇ ਬੈਤਲਹਮ ਦੇ ਵਾਸੀ ਸੀ। ਮੁਆਬ ਦੇ ਦੇਸ਼ 'ਚ ਆ ਕੇ ਰਹਿਣ ਲੱਗ ਪਏ। ਨਿਓਮੀ ਦਾ ਪਤੀ ਐਲੀਮੇਲੇਕ ਮਰ ਗਿਆ। ਨਿਓਮੀ ਅਤੇ ਉਹਦੇ ਦੋਨੇ ਪੁੱਤਰ ਰਹਿ ਗਏ ਅਤੇ ਉਹਦੇ ਦੋਨੇ ਪੁੱਤਰਾਂ ਨੇ ਇੱਕ ਮੁਆਬਣ ਔਰਤ ਨਾਲ ਵਿਆਹ ਕਰ ਲਿਆ। ਇੱਕ ਦਾ ਨਾਮ ਉਰਪਾ ਤੇ ਦੂਸਰੀ ਦਾ ਨਾਮ ਰੂਤ ਸੀ। ਉਹ ਉੱਥੇ 10 ਸਾਲਾਂ ਤੱਕ ਰਹੇ। ਜਦ ਮਹਲੋਨ ਅਤੇ ਕਿਲਿਓਨ ਦੋਵੇਂ ਹੀ ਮਰ ਗਏ ਤਾਂ ਆਪਣੇ ਦੋਨੇ ਪੁੱਤਰ ਅਤੇ ਪਤੀ ਤੋਂ ਵਾਂਝੀ ਹੋ ਗਈ। ਪਿਆਰਿਓ, ਪਿਤਾ ਮਰ ਗਿਆ। ਬੱਚੇ ਨੂੰ ਤਾਂ ਸਮਝ ਆਉਣੀ ਚਾਹੀਦੀ ਸੀ ਨਾ, ਪਤਨੀ ਨੂੰ ਸਮਝ ਹੋਣੀ ਚਾਹੀਦੀ ਸੀ ਨਾ। ਬੱਚਿਆਂ ਨੂੰ ਕਹਿਣਾ ਸੀ, ਬੇਟਿਓ ਤੁਹਾਡੇ ਪਿਤਾ ਦਾ ਫੈਸਲਾ ਸਹੀ ਨਹੀਂ ਸੀ, ਇਸ ਲਈ ਸਾਨੂੰ ਐਵੇਂ ਹੀ ਇੱਥੇ ਲਿਆ ਕੇ ਉਹਨਾਂ ਨੇ ਆਪਣੀ ਜਾਨ ਗਵਾ ਲਈ। ਚਲੋ ਪੁੱਤਰੋ, ਆਪਾਂ ਇੱਥੋਂ ਚਲੇ ਜਾਵਾਂਗੇ। ਜੀਣਾ ਸੋਚ ਕੇ ਆਏ ਸੀ, ਇੱਥੇ ਆ ਕੇ ਜਾਨ ਗਵਾ ਲਈ। ਆਓ ਆਪਾਂ ਇੱਥੋਂ ਚੱਲਾਂਗੇ। ਜੀਏ ਜਾਂ ਮਰੀਏ, ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਹੀ ਰਵਾਂਗੇ। ਚਲੋ ਇੱਥੋਂ। ਇਹ ਸੋਚ ਕੇ ਜਾਣਾ ਸੀ ਨਾ, ਘੱਟੋ ਘੱਟ ਨਿਓਮੀ ਨਾਮ ਦੀ ਉਹ ਔਰਤ ਉਹਦੇ ਘਰ 'ਚ ਜਦ ਪਰਮੇਸ਼ਵਰ ਦੇ ਵਿਰੁੱਧ ਫੈਸਲਾ ਲਿਆ ਅਤੇ ਉਹਦੇ ਪਤੀ ਦੀ ਮੌਤ ਹੋ ਗਈ, ਫਿਰ ਵੀ ਨਿਓਮੀ ਨੂੰ ਅਕਲ ਨਾ ਆਈ। ਪਰਮੇਸ਼ਵਰ ਸਜ਼ਾ ਦੇਵੇ ਅਤੇ ਅਸੀਂ ਸਮਝੀਏ ਨਾ ਇਹ ਠੀਕ ਨਹੀਂ ਆ। ਪਰਮੇਸ਼ਵਰ ਸਾਡੇ ਜੀਵਨ 'ਚ ਸਜ਼ਾ ਜੇ ਦਿੰਦੇ ਆ ਅਤੇ ਸਜ਼ਾ ਸਾਡੇ ਉੱਪਰ ਭੇਜਦੇ ਆ, ਸਾਨੂੰ ਸਮਝਣਾ ਚਾਹੀਦਾ ਹੈ ਜੇ ਲਾਪਰਵਾਹੀ ਕਰਾਂਗੇ ਹੋਰ ਵੀ ਕੀਮਤ ਚੁਕਾਉਣੀ ਪਵੇਗੀ। ਪਤੀ ਦੇ ਮਰਨ ਤੋਂ ਬਾਅਦ ਪਤਨੀ ਨਿਓਮੀ ਆਪਣੇ ਦੋਨੇ ਪੁੱਤਰਾਂ ਨੂੰ ਲੈ ਕੇ ਵਾਪਸ ਨਹੀਂ ਆਈ। ਕਿਉਂ ਨਹੀਂ ਆਈ? ਮੈਂ ਦੱਸਿਆ ਸੀ ਨਾ, ਜੇ ਸ਼ੈਤਾਨ ਨੂੰ ਮੌਕਾ ਦਵਾਂਗੇ ਇੰਨੀ ਆਸਾਨੀ ਨਾਲ ਛੱਡੇਗਾ ਹੀ ਨਹੀਂ। ਰੂਤ ਦੀ ਕਿਤਾਬ ਪਹਿਲਾ ਅਧਿਆਇ 3 ਵਚਨ ਨੂੰ ਪੜ੍ਹ ਰਿਹਾ ਹਾਂ। ਨਿਓਮੀ ਦਾ ਪਤੀ ਐਲੀਮੇਲੇਕ ਮਰ ਗਿਆ। ਨਿਓਮੀ ਅਤੇ ਉਹਦੇ ਦੋਨੇ ਪੁੱਤਰ ਰਹਿ ਗਏ। ਸਮਝ ਨਹੀਂ ਆਈ। ਅਤੇ ਫਿਰ ਉਹਨਾਂ ਨੇ ਇੱਕ ਮੁਆਬਣ ਔਰਤ ਦੇ ਨਾਲ ਵਿਆਹ ਕਰ ਲਿਆ। ਇੱਕ ਦਾ ਨਾਮ ਉਰਪਾ ਅਤੇ ਦੂਸਰੀ ਦਾ ਨਾਮ ਰੂਤ ਸੀ। ਉਸ ਫੈਸਲੇ 'ਚ ਖਤਰਾ। ਆਓ ਆਪਾਂ ਹੁਣ ਚਰਿੱਤਰ ਤੇ ਗੌਰ ਕਰਾਂਗੇ। ਸਭ ਤੋਂ ਪਹਿਲਾਂ ਦੂਜੀ ਜਾਤੀ ਦੀ ਔਰਤ ਨਾਲ ਵਿਆਹ ਕਰਨਾ ਪਰਮੇਸ਼ਵਰ ਪਸੰਦ ਨਹੀਂ ਕਰਦੇ। ਇਹ ਲੋਕ ਪਰਮੇਸ਼ਵਰ ਦੀ ਸੰਤਾਨ ਅਖਵਾਏ ਬੈਤਲਹਮ ਤੋਂ ਆਏ ਯਹੂਦੀ ਲੋਕ ਆ। ਯਹੂਦੀਆਂ ਨੂੰ ਅਨਿਆ ਜਾਤੀਆਂ ਨਾਲ ਵਿਆਹ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਕਰਨਾ ਪਰਮੇਸ਼ਵਰ ਦੇ ਵਿਰੁੱਧ ਚੱਲਣਾ ਹੈ। ਐਜਰਾ ਦੀ ਕਿਤਾਬ 9 ਅਧਿਆਇ ਪਹਿਲਾ ਤੇ ਦੂਸਰਾ ਵਚਨ। ਜਦੋਂ ਇਹ ਕੰਮ ਹੋ ਚੁੱਕੇ ਤਾਂ ਹਾਕਮ ਮੇਰੇ ਕੋਲ ਆਏ। ਨਾ ਇਜ਼ਰਾਇਲੀ, ਨਾ ਯਾਜਕ, ਨਾ ਲੇਵੀ ਇਸ ਪਾਸੇ ਦੇ ਦੇਸ਼ ਦੇ ਲੋਕਾਂ ਤੋਂ ਅਲੱਗ ਹੋਏ ਅਤੇ ਉਹਨਾਂ ਵਰਗੇ ਅਰਥਾਤ ਕਨਾਨੀਓ, ਹਿੱਤੀਓ, ਪਰਿਜੀਓ, ਯਬੂਸੀਓ, ਅਮੋਨੀਓ, ਮੁਆਬੀਓ, ਮਿਸਰੀਓ, ਐਮੋਰੀਆਂ ਵਰਗੇ ਘਿਨੌਣੇ ਕੰਮ ਕਰਦੇ ਆ, ਕਿਉਂਕਿ ਉਹਨਾਂ ਨੇ ਉਹਨਾਂ ਦੀਆਂ ਬੇਟੀਆਂ ਵਿੱਚੋਂ ਆਪਣੇ ਬੇਟੀਆਂ ਲਈ ਔਰਤਾਂ ਲੱਭ ਲਈਆਂ ਅਤੇ ਪਵਿੱਤਰ ਘਰਾਣਾ ਇਸ ਪਾਸੇ ਦੇ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਮਿਲ ਗਿਆ ਹੈ। ਅਤੇ ਹਾਕਮ ਅਤੇ ਸਰਦਾਰ ਇਸ ਵਿਸ਼ਵਾਸਘਾਤ ਦੇ ਵਿੱਚ ਖਾਸ ਕਰਕੇ, ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਕਿਹਾ ਸੀ ਆਪਣੇ ਬੇਟਿਆਂ ਲਈ ਹੋਰ ਔਰਤਾਂ ਨਾ ਲਿਆਇਓ। ਪਰਮੇਸ਼ਵਰ ਦੀ ਸੰਤਾਨ ਅਖਵਾਉਣ ਵਾਲੇ ਜਦ ਇਹਨਾਂ ਨੇ ਹੀ ਆਪਣੇ ਬੇਟਿਆਂ ਦਾ ਵਿਆਹ ਉਹਨਾਂ ਨਾਲ ਕਰ ਦਿੱਤਾ ਤਾਂ ਯਜਰਾ ਨੇ ਕੀ ਕੀਤਾ? ਜੇ ਉਸ ਤੋਂ ਅੱਗੇ ਵੇਖੀਏ ਤਾਂ 5ਵੇਂ ਵਚਨ ਤੋਂ, ਅਤੇ ਸ਼ਾਮ ਨੂੰ ਮਿਲਣ ਦੇ ਸਮੇਂ 'ਚ ਮੈਂ ਆਪਣੇ ਕੱਪੜੇ ਫਾੜ ਕੇ ਉਸੇ ਹਾਲਾਤਾਂ 'ਚ ਉੱਠਿਆ। ਫਿਰ ਗੋਡਿਆਂ ਤੇ ਆ ਕੇ ਆਪਣੇ ਹੱਥ ਪਰਮੇਸ਼ਵਰ ਦੇ ਵੱਲ ਫੈਲਾ ਕੇ ਆਖਿਆ, ਹੇ ਪਰਮੇਸ਼ਵਰ, ਮੈਨੂੰ ਤੇਰੇ ਵੱਲ ਵੇਖਦੇ ਹੋਏ ਸ਼ਰਮ ਆਉਂਦੀ ਆ। ਹੇ ਮੇਰੇ ਪਰਮੇਸ਼ਵਰ, ਮੇਰਾ ਮੂੰਹ ਕਾਲਾ ਹੈ ਕਿਉਂਕਿ ਸਾਡੇ ਪਾਪ ਤੁਹਾਡੀ ਨਿਗਾਹ 'ਚ ਬਹੁਤ ਵੱਧ ਗਏ ਆ। ਸਾਡਾ ਦੋਸ਼ ਵਧਦੇ ਆਕਾਸ਼ ਤੱਕ ਪਹੁੰਚ ਗਿਆ ਹੈ। ਹਾਏ, ਅਸੀਂ ਪਵਿੱਤਰ ਪ੍ਰਜਾ ਹੋ ਕੇ ਰਹਿਣਾ ਸੀ। ਬੁਰੇ ਲੋਕਾਂ ਦੇ ਨਾਲ ਅਸੀਂ ਆਪਣੇ ਬੱਚਿਆਂ ਦਾ ਰਿਸ਼ਤਾ ਕਰਕੇ ਇਸ ਪਵਿੱਤਰ ਘਰਾਣੇ ਨੂੰ ਅਪਵਿੱਤਰ ਕਰ ਦਿੱਤਾ ਹੈ। ਹੁਣ ਕੀ ਕਰੀਏ? ਨਹਿਮੀਆ 13ਵਾਂ ਅਧਿਆਇ 23ਵਾਂ ਵਚਨ। ਉਹਨਾਂ ਦਿਨਾਂ 'ਚ ਮੈਂ ਐਸੇ ਯਹੂਦੀ ਵੇਖੇ ਜਿਨ੍ਹਾਂ ਨੇ ਅਸ਼ਦੋਦੀ,
ਅਮੋਨੀ ਅਤੇ ਮੁਆਬਣ ਔਰਤਾਂ ਵਿਆਹ ਲਈਆਂ ਸੀ। ਇਹ ਯਹੂਦੀ ਕੌਣ ਆ? ਮੁਆਬੀ ਔਰਤਾਂ ਨਾਲ ਜਿਨ੍ਹਾਂ ਨੇ ਵਿਆਹ ਕੀਤਾ ਉਹ ਯਹੂਦੀ। ਨਹਿਮੀਆ ਨੇ ਵੇਖੇ, ਉਹਨਾਂ ਦੇ ਬੱਚਿਆਂ ਦੀ ਅੱਧੀ ਬੋਲੀ ਅਸ਼ਦੋਦੀ ਸੀ ਅਤੇ ਉਹ ਯਹੂਦੀ ਬੋਲੀ ਨਾ ਬੋਲ ਸਕੇ। ਦੋਨੇ ਜਾਤੀਆਂ ਦੀ ਬੋਲੀ ਬੋਲਦੇ ਸੀ। ਤਦ ਮੈਂ ਉਹਨਾਂ ਨੂੰ ਡਾਂਟ ਕੇ ਆਖਿਆ ਅਤੇ ਉਹਨਾਂ ਵਿੱਚੋਂ ਕੁਝ ਨੂੰ ਕੁਟਵਾਇਆ ਅਤੇ ਪਿਟਵਾਇਆ ਅਤੇ ਉਹਨਾਂ ਨੂੰ ਯਹੋਵਾ ਦੀ ਸਹੁੰ ਖਵਾਈ। ਅਸੀਂ ਆਪਣੀਆਂ ਬੇਟੀਆਂ ਉਹਨਾਂ ਨੂੰ ਵਿਆਹ ਲਈ ਨਾ ਦਵਾਂਗੇ, ਨਾ ਆਪਣੇ ਲਈ ਨਾ ਆਪਣੀਆਂ ਬੇਟੀਆਂ ਉਹਨਾਂ ਨੂੰ ਵਿਆਹ ਦੇ ਲਈ ਦਵਾਂਗੇ। ਮੁਆਬਣ ਔਰਤਾਂ ਦੇ ਨਾਲ ਇਹਨਾਂ ਨੇ ਵਿਆਹ ਕਰਕੇ ਪਵਿੱਤਰ ਘਰਾਣੇ ਨੂੰ ਜਦ ਇਹਨਾਂ ਲੋਕਾਂ ਨੇ ਅਪਵਿੱਤਰ ਕਰ ਦਿੱਤਾ ਤਾਂ ਨਹਿਮੀਆ ਬਰਦਾਸ਼ਤ ਨਾ ਕਰ ਸਕਿਆ। ਉਹ ਇੰਨੇ ਗੁੱਸੇ 'ਚ ਆ ਗਿਆ, ਉਹਨੇ ਕੁਝ ਲੋਕਾਂ ਨੂੰ ਪਿਟਵਾਇਆ ਅਤੇ ਉਹਨਾਂ ਦੇ ਬਾਲ ਖਿਚਵਾਏ। ਉਹਨਾਂ ਸਾਰਿਆਂ ਨੂੰ ਬਿਠਾ ਕੇ ਉਹਨਾਂ ਤੋਂ ਸਹੁੰ ਖਵਾਈ ਅਤੇ ਕਿਹਾ, ਬੋਲੋ ਕਿ ਮੂਰਖਤਾ ਦੇ ਕੰਮ ਅਸੀਂ ਨਹੀਂ ਕਰਾਂਗੇ। ਇਸ ਤਰ੍ਹਾਂ ਜਦੋਂ ਕਿਹਾ, ਆਓ ਪੜ੍ਹਦੇ 26ਵੇਂ ਵਚਨ ਤੋਂ ਕਿ ਇਜ਼ਰਾਈਲ ਦਾ ਰਾਜਾ ਸੁਲੇਮਾਨ ਇਸੇ ਤਰ੍ਹਾਂ ਦੇ ਪਾਪ ਦੇ ਵਿੱਚ ਨਾ ਫਸਿਆ ਸੀ। ਬਹੁਤੀਆਂ ਜਾਤੀਆਂ ਵਿੱਚ ਉਹਦੇ ਵਰਗਾ ਕੋਈ ਰਾਜਾ ਨਾ ਹੋਇਆ ਅਤੇ ਉਹ ਆਪਣੇ ਪਰਮੇਸ਼ਵਰ ਦਾ ਪਿਆਰਾ ਵੀ ਸੀ ਅਤੇ ਪਰਮੇਸ਼ਵਰ ਨੇ ਉਸ ਨੂੰ ਸਾਰੇ ਇਜ਼ਰਾਈਲੀਆਂ ਉੱਪਰ ਰਾਜਾ ਨਿਯੁਕਤ ਕਰ ਦਿੱਤਾ ਅਤੇ ਉਸ ਨੂੰ ਵੀ ਅਨਿਆ ਜਾਤੀ ਔਰਤਾਂ ਨੇ ਪਾਪ 'ਚ ਫਸਾ ਲਿਆ ਸੀ। ਕੀ ਤੁਹਾਡੀ ਸੁਣ ਕੇ ਅਸੀਂ ਵੀ ਐਸੀ ਵੱਡੀ ਬੁਰਾਈ ਕਰੀਏ? ਅਨਿਆ ਜਾਤੀ ਔਰਤਾਂ ਨਾਲ ਵਿਆਹ ਕਰਨਾ ਪਰਮੇਸ਼ਵਰ ਦੀਆਂ ਨਜ਼ਰਾਂ 'ਚ ਵੱਡਾ ਪਾਪ ਆ। ਤਾਂ ਕੀ ਅਸੀਂ ਤੁਹਾਡੀ ਸੁਣ ਕੇ ਐਸੀ ਵੱਡੀ ਬੁਰਾਈ ਕਰੀਏ ਅਤੇ ਅਨਿਆ ਜਾਤੀ ਔਰਤਾਂ ਦੇ ਨਾਲ ਵਿਆਹ ਕਰਕੇ ਆਪਣੇ ਪਰਮੇਸ਼ਵਰ ਦੇ ਵਿਰੁੱਧ ਪਾਪ ਕਰੀਏ? ਪਰਮੇਸ਼ਵਰ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਵਿਵਸਥਾ ਵਿਵਰਣ ਦੀ ਕਿਤਾਬ ਦੇ ਵਿੱਚ, ਵਿਆਹ ਤੁਸੀਂ ਮੇਰੀ ਇੱਛਾ ਦੇ ਵਿਰੁੱਧ ਨਾ ਕਰਿਓ। ਫਿਰ ਵੀ ਉਹਨਾਂ ਨੇ ਨਾ ਸੁਣੀ। ਪਹਿਲਾ ਰਾਜਾ 11ਵਾਂ ਅਧਿਆਏ ਪਹਿਲੇ ਵਚਨ ਤੋਂ। ਅਤੇ ਰਾਜਾ ਸੁਲੇਮਾਨ ਫਿਰੌਨ ਦੀ ਬੇਟੀ ਅਤੇ ਬਹੁਤ ਸਾਰੀਆਂ ਵਿਜਾਤੀ ਇਸਤਰੀਆਂ ਜੋਖੀ, ਮੁਆਬੀ, ਅਮੋਨੀ, ਯਦੋਨੀ, ਸਨੋਨੀ ਅਤੇ ਹਿੱਤੀ ਸੀ, ਉਹਨਾਂ ਨੂੰ ਪਿਆਰ ਕਰਨ ਲੱਗਾ। ਉਹ ਉਹਨਾਂ ਜਾਤੀਆਂ ਦੀ ਸੀ ਜਿਨ੍ਹਾਂ ਦੇ ਬਾਰੇ ਯਹੋਵਾ ਨੇ ਇਜ਼ਰਾਈਲੀਆਂ ਨੂੰ ਆਖਿਆ ਸੀ, ਤੁਸੀਂ ਉਹਨਾਂ ਵਿਚਕਾਰ ਨਾ ਜਾਇਓ ਅਤੇ ਨਾ ਉਹ ਤੁਹਾਡੇ ਵਿਚਕਾਰ ਆਉਣ। ਉਹ ਤੁਹਾਡਾ ਮਨ ਆਪਣੇ ਦੇਵਤਿਆਂ ਵੱਲ ਫੇਰ ਲੈਣਗੀਆਂ। ਉਹਨਾਂ ਦੇ ਪਿਆਰ 'ਚ ਸੁਲੇਮਾਨ ਪੈ ਗਿਆ। ਉਹਦੀਆਂ 700 ਰਾਣੀਆਂ ਅਤੇ 300 ਰਖੇਲਾ ਬਣ ਗਈਆਂ ਸੀ। ਉਹਦੀਆਂ ਇਹਨਾਂ ਔਰਤਾਂ ਨੇ ਉਹਦਾ ਮਨ ਬਹਿਕਾ ਦਿੱਤਾ ਅਤੇ ਜਦੋਂ ਸੁਲੇਮਾਨ ਬਜ਼ੁਰਗ ਹੋਇਆ ਤਾਂ ਉਹਦਾ ਮਨ ਉਹਦੀਆਂ ਔਰਤਾਂ ਨੇ ਪਰਾਏ ਦੇਵਤਿਆਂ ਦੇ ਵੱਲ ਫੇਰ ਦਿੱਤਾ ਅਤੇ ਉਹਦਾ ਮਨ ਆਪਣੇ ਪਿਤਾ ਦਾਊਦ ਦੀ ਤਰ੍ਹਾਂ ਆਪਣੇ ਪਰਮੇਸ਼ਵਰ ਯਹੋਵਾ ਤੇ ਪੂਰੇ ਤਰੀਕੇ ਨਾਲ ਲੱਗਿਆ ਨਾ ਰਿਹਾ। ਪਰਮੇਸ਼ਵਰ ਦੀ ਆਗਿਆ ਨੂੰ ਤੋੜਨ ਤੇ ਚਾਹੇ ਕਿੰਨਾ ਮਹਾਨ ਵਿਅਕਤੀ ਕਿਉਂ ਨਾ ਹੋਵੇ, ਉਹ ਬੁਰਾ ਕੰਮ ਕਰੇਗਾ। ਸੁਲੇਮਾਨ ਨੇ ਸੋਚਿਆ, ਮੈਂ ਮਹਾਨ ਗਿਆਨੀ ਆ, ਮੈਨੂੰ ਕੌਣ ਫੇਰੇਗਾ? ਸੁਲੇਮਾਨ ਵਰਗਾ ਹੀ ਬੁੱਧੀਮਾਨ ਪਰਮੇਸ਼ਵਰ ਦੇ ਲਈ ਅਦਭੁਤ ਭਵਨ ਜਿਨ੍ਹੇ ਬਣਾਇਆ ਅਤੇ ਬਹੁਤ ਸਾਰੇ ਬਲੀਦਾਨ ਕੀਤੇ, ਬੁਰਾਈ ਨਾਲ ਭਰ ਕੇ ਅਨਿਆ ਜਾਤੀ ਔਰਤਾਂ ਨਾਲ ਵਿਆਹ ਕਰਕੇ ਜਦੋਂ ਬਜ਼ੁਰਗ ਹੋਇਆ ਤਾਂ ਆਖਰ 'ਚ ਕੀ ਹੋਇਆ ਜਾਣਦੇ ਹੋ? ਉਸ ਨੇ ਜਾ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਸ਼ੁਰੂ ਕਰਤੀ। ਦੂਜੇ ਦੇਵਤਿਆਂ ਦੇ ਸਾਹਮਣੇ ਬਲੀਦਾਨ ਚੜਾਉਣ ਲੱਗਾ। ਮਾਤਾਓ ਪਿਤਾਓ, ਐਸਾ ਪਾਪ ਨਾ ਕਰੋ। ਨਿਓਮੀ ਨੇ ਸਮਝਣਾ ਸੀ, ਹਾਏ ਅਸੀਂ ਪਰਮੇਸ਼ਵਰ ਦੇ ਵਿਰੁੱਧ ਕਦਮ ਚੱਕਿਆ, ਇਸੇ ਲਈ ਮੇਰੇ ਪਤੀ ਦੀ ਮੌਤ ਹੋ ਗਈ। ਦੁੱਖ ਹੋਵੇ, ਤਕਲੀਫ ਹੋਵੇ, ਪਰਮੇਸ਼ਵਰ ਦੇ ਚਰਨਾਂ 'ਚ ਆਉਣਾ ਭਲਾ ਹੈ। ਇਹ ਸੋਚਣ ਦੇ ਬਦਲੇ ਉਹ ਉੱਥੇ ਜਾ ਕੇ ਪੱਕੇ ਤੌਰ ਤੇ ਰਹਿਣ ਦੀ ਕੋਸ਼ਿਸ਼ ਉਹਨਾਂ ਨੇ ਕਰ ਲਈ। ਜੇ ਉਸ ਦੇਸ਼ ਦੀ ਲੜਕੀਆਂ ਦੇ ਨਾਲ ਆਪਣੇ ਪੁੱਤਰਾਂ ਦਾ ਵਿਆਹ ਕੀਤਾ ਫਿਰ ਪੱਕੀ ਹੈ ਜਾਂ ਕੁਝ ਸਮੇਂ ਦੇ ਲਈ ਆ? ਵੇਖਿਆ ਜਾਵੇ ਸਾਡੀ ਭਾਸ਼ਾ ਦੇ ਵਿੱਚ ਹਜੇ ਤੱਕ ਬੇਟਾ ਸੈਟਲ ਨਹੀਂ ਹੋਇਆ, ਹਜੇ ਤੱਕ ਬੇਟੀ ਸੈਟਲ ਨਹੀਂ ਹੋਈ, ਵਿਆਹ ਸੈਟਲ ਨਹੀਂ ਹੋਇਆ। ਇਸ ਤਰ੍ਹਾਂ ਲੋਕ ਕਹਿੰਦੇ ਆ। ਵਿਆਹ ਸੈਟਲ ਹੋ ਕੇ ਵਿਆਹ ਹੋਣ ਤੋਂ ਬਾਅਦ ਕਹਿੰਦੇ ਆ ਮੇਰਾ ਬੇਟਾ ਸੈਟਲ ਹੋ ਗਿਆ, ਬੇਟੀ ਸੈਟਲ ਹੋ ਗਈ। ਜੇ ਬੇਟਿਆਂ ਦਾ ਉੱਥੋਂ ਦੀ ਔਰਤਾਂ ਨਾਲ ਵਿਆਹ ਕਰਵਾਇਆ, ਨਿਯਮੀ ਨੂੰ ਹਜੇ ਸਮਝ ਨਹੀਂ ਆਈ ਸੀ, ਉੱਥੇ ਸੈਟਲ ਹੋਣ ਦਾ ਪਲਾਨ ਕਰ ਲਿਆ। ਇਸ ਤਰ੍ਹਾਂ ਪਲੈਨਿੰਗ 'ਚ ਕੀ ਕੀਤਾ ਜਾਣਦੇ ਹੋ? ਆਪਣੇ ਦੋਨੋਂ ਬੇਟਿਆਂ ਦਾ ਦੂਜੀਆਂ ਔਰਤਾਂ ਨਾਲ ਵਿਆਹ ਕਰਾਤਾ। ਅਨਿਆ ਜਾਤੀਆਂ ਨਾਲ ਵਿਆਹ ਕਰਨਾ ਪਰਮੇਸ਼ਵਰ ਦੀ ਇੱਛਾ ਨਹੀਂ ਆ। ਦੂਸਰਾ, ਵਿਆਹ ਨੂੰ ਤਾਂ 10 ਸਾਲ ਹੋ ਗਏ, ਰੂਤ ਦੇ ਵੀ ਸੰਤਾਨ ਨਹੀਂ ਹੋਈ, ਨਾ ਉਰਪਾ ਦੇ ਸੰਤਾਨ ਹੋਈ, ਮਹਿਲੋਨ ਦੇ ਸੰਤਾਨ ਨਹੀਂ ਹੋਈ, ਨਾ ਕਿਲਿਓਨ ਦੇ ਸੰਤਾਨ ਹੋਈ। ਕਾਰਨ ਕੀ ਆ? ਲੇਵੀਆ ਦੀ ਕਿਤਾਬ 26 ਅਧਿਆਏ 21 ਅਤੇ 22 ਵਚਨ, ਜੇ ਤੁਸੀਂ ਮੇਰੇ ਵਿਰੁੱਧ ਚੱਲਦੇ ਰਹੋ ਅਤੇ ਮੇਰਾ ਕਹਿਣਾ ਨਾ ਮੰਨੋ ਤਾਂ ਮੈਂ ਤੁਹਾਡੇ ਗੁਨਾਹਾਂ ਦੇ ਕਾਰਨ ਤੁਹਾਡੇ ਉੱਪਰ ਹੋਰ 7 ਗੁਣੀ ਸਜ਼ਾ ਭੇਜਾਂਗਾ।
ਮੈਂ ਤੁਹਾਡੇ ਵਿਚਕਾਰ ਜਾਨਵਰਾਂ ਨੂੰ ਭੇਜਾਂਗਾ ਜੋ ਤੁਹਾਨੂੰ ਬਹੁਤ ਹੀ ਪਰੇਸ਼ਾਨ ਕਰਨਗੇ। ਕੀ ਲਿਖਿਆ? ਜੇ ਤੁਸੀਂ ਮੇਰੀ ਆਗਿਆ ਨਾ ਮੰਨੋਗੇ, ਤੁਹਾਡੇ ਵਿਆਹ ਤਾਂ ਹੋਣਗੇ, ਸੰਤਾਨ ਨਹੀਂ ਹੋਏਗੀ। ਮਹਿਲੋਨ ਦੇ ਵਿਆਹ ਹੋਏ ਨੂੰ 10 ਸਾਲ ਹੋ ਗਏ, ਕਿਲਿਓਨ ਦੇ ਵੀ 10 ਸਾਲ ਹੋ ਗਏ, ਪਰ ਕੋਈ ਬੱਚੇ ਨਹੀਂ ਹੋਏ। ਭੈਣੋ ਤੇ ਭਰਾਵੋ, ਸਾਡੇ ਵਿਚਕਾਰ ਐਸਾ ਕੋਈ ਹੈ ਜਿਹਦੇ ਕੋਈ ਸੰਤਾਨ ਨਹੀਂ ਆ? ਮੈਂ ਇਹ ਨਹੀਂ ਕਹਾਂਗਾ ਕਿ ਤੁਸੀਂ ਬੜੇ ਪਾਪੀ ਵਿਅਕਤੀ ਹੋ। ਜੇ ਤੁਸੀਂ ਧਾਰਮਿਕਤਾ ਤੇ ਖਰਾਈ ਨਾਲ ਚੱਲਦੇ ਹੋ, ਫਿਰ ਵੀ ਜੇ ਤੁਹਾਡੇ ਸੰਤਾਨ ਨਹੀਂ ਆ, ਤੁਹਾਨੂੰ ਇੱਕ ਸੱਚ ਦੱਸਣਾ ਚਾਹੁੰਦਾ ਹਾਂ। ਪਰਮੇਸ਼ਵਰ ਤੁਹਾਨੂੰ ਉੱਤਮ ਤੋਹਫਾ ਦੇਣਾ ਚਾਹੁੰਦੇ ਆ, ਇਸ ਲਈ ਦੇਰੀ ਕਰ ਰਹੇ ਆ। ਉਸੇ ਤਰ੍ਹਾਂ ਜੇ ਸੰਤਾਨ ਨਾ ਹੋਈ ਤਾਂ ਇੱਕ ਵਾਰ ਆਪਣੇ ਮਨ ਨੂੰ ਜਾਂਚੋ। ਪਰਮੇਸ਼ਵਰ ਦੇ ਵਿਰੁੱਧ ਤੁਹਾਡੇ ਜੀਵਨ 'ਚ ਕੋਈ ਵੀ ਐਸੇ ਕੰਮ ਕਿਤੇ ਜਗ੍ਹਾ ਤਾਂ ਨਹੀਂ ਬਣਾ ਰਹੇ। ਪਰਮੇਸ਼ਵਰ ਨੇ ਕਿਹਾ, ਜੇ ਤੁਸੀਂ ਮੇਰੀ ਆਗਿਆ ਨਾ ਮੰਨੋਗੇ ਤਾਂ ਮੈਂ ਤੁਹਾਡੇ ਗਰਭ ਨੂੰ ਬੰਦ ਕਰ ਦਿਆਂਗਾ। ਸਾਰਾ, ਰਿਬਕਾ, ਰਾਹੇਲ, ਹੰਨਾ, ਐਲਿਸ਼ਬਾ, ਇਹ ਸਾਰੀਆਂ ਧਰਮੀ ਔਰਤਾਂ ਸੀ। ਇਹਨਾਂ 'ਚੋਂ ਕਿਸੇ ਦੇ ਵੀ ਸੰਤਾਨ ਨਹੀਂ ਸੀ। ਉਹਨਾਂ ਨੇ ਪਰਮੇਸ਼ਵਰ ਨੂੰ ਛੱਡਿਆ ਨਹੀਂ ਅਤੇ ਇਸ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਉੱਤਮ ਤੋਹਫੇ ਦੇ ਦਿੱਤੇ। ਪਰਮੇਸ਼ਵਰ ਉੱਤਮ ਤੋਹਫੇ ਦੇਣ ਦੇ ਲਈ ਦੇਰੀ ਕਰ ਸਕਦੇ ਆ। ਉਸੇ ਤਰ੍ਹਾਂ ਦੂਜੇ ਪਾਸੇ ਤੁਹਾਡੇ 'ਚ ਰਹਿਣ ਵਾਲੇ ਦੇ ਕਾਰਨ ਪਰਮੇਸ਼ਵਰ ਦੇਰੀ ਕਰ ਸਕਦੇ ਆ। ਤੁਹਾਡੇ ਲਈ ਦੇਰੀ ਕਿਉਂ ਹੋ ਰਹੀ ਆ, ਇਸ ਨੂੰ ਸਮਝਣ ਦੀ ਜ਼ਿੰਮੇਵਾਰੀ ਤੁਹਾਡੀ ਹੀ ਆ। ਉਹਨਾਂ ਦੇ ਲਏ ਫੈਸਲੇ ਵਿੱਚ ਬੁਰੀ ਗੱਲ ਕੀ ਸੀ ਜਾਣਦੇ ਹੋ? ਪਹਿਲਾ, ਅਨਿਆ ਔਰਤਾਂ ਨਾਲ ਵਿਆਹ ਕੀਤਾ, ਸੰਤਾਨ ਨਹੀਂ ਹੋਈ। ਅਤੇ ਤੀਸਰਾ, ਅਚਾਨਕ ਮੌਤ ਦਾ ਆ ਜਾਣਾ। 3 ਵਿਸ਼ੇ ਮੈਂ ਦੱਸੇ: ਅਨਿਆ ਔਰਤਾਂ ਨਾਲ ਵਿਆਹ, ਸੰਤਾਨ ਤੋਂ ਬਿਨਾਂ ਜੀਵਨ, ਅਚਾਨਕ ਮੌਤ ਦਾ ਹੋ ਜਾਣਾ। ਅਤੇ ਫਿਰ ਕੀ ਹੋਇਆ ਜਾਣਦੇ ਹੋ? ਬਾਈਬਲ 'ਚ ਵੇਖਦੇ ਹਾਂ, ਰੂਤ ਦੀ ਕਿਤਾਬ 10 ਸਾਲ ਉੱਥੇ ਰਹਿਣ ਤੋਂ ਬਾਅਦ ਕੀ ਲਿਖਿਆ? ਰੂਤ ਆਪਣੇ ਪਤੀ ਨੂੰ ਗਵਾ ਬੈਠੀ। ਇੰਨਾ ਹੀ ਨਹੀਂ, ਉਹ ਉੱਥੇ 10 ਸਾਲ ਤੱਕ ਰਹੇ। ਜਦ ਮੈਲੋਨ ਅਤੇ ਕਲਿਓਨ ਦੋਨੇ ਹੀ ਮਰ ਗਏ, ਤਦ ਨਿਯੋਮੀ ਆਪਣੇ ਦੋਨੇ ਪੁੱਤਰ ਅਤੇ ਪਤੀ ਤੋਂ ਬਿਨਾਂ ਹੋ ਗਈ। ਵੇਖੋ ਕਿੰਨੇ ਦੁੱਖ ਦੀ ਗੱਲ ਆ। ਪਤੀ ਤੋਂ ਬਿਨਾਂ ਹੋਣਾ ਦੁੱਖ ਦੀ ਗੱਲ ਆ। ਵਿਧਵਾ ਹੋ ਜਾਣਾ ਦੁੱਖ ਦੀ ਗੱਲ ਆ। ਬੁਢਾਪੇ 'ਚ ਆਉਣ ਤੋਂ ਬਾਅਦ ਪਤੀ ਨੂੰ ਗਵਾ ਲੈਣਾ, ਬੱਚਿਆਂ ਨੂੰ ਵੀ ਗਵਾ ਕੇ ਅਨਾਥ ਹੋ ਜਾਣਾ, ਬੜੇ ਦੁੱਖ ਦੀ ਗੱਲ ਆ। ਜਦ ਉਹਦਾ ਪਤੀ ਗਲਤ ਫੈਸਲਾ ਕਰ ਰਿਹਾ ਸੀ ਤਾਂ ਨਿਯੋਮੀ ਉਹਦੇ ਨਾਲ ਸਹਿਮਤ ਨਾ ਹੋ ਕੇ ਇਹ ਕਹਿਣਾ ਚਾਹੀਦਾ ਸੀ ਕਿ ਸੁਣੋ, ਮੇਰੀ ਗੱਲ ਸੁਣੋ, ਪਰਮੇਸ਼ਵਰ ਦੀ ਹਜ਼ੂਰੀ 'ਚੋਂ ਦੂਰ ਨਾ ਜਾਓ। ਇਸ ਤਰ੍ਹਾਂ ਕਹਿਣ ਵਾਲੀ ਔਰਤ ਹੁੰਦੀ ਤਾਂ ਹਾਲ ਕੋਈ ਹੋਰ ਹੁੰਦਾ। ਉਸਨੇ ਇਸ ਤਰ੍ਹਾਂ ਨਹੀਂ ਕਿਹਾ। ਕਿਉਂ ਨਹੀਂ ਕਿਹਾ? ਪਤੀ ਦੇ ਮਰਨ ਤੋਂ ਬਾਅਦ ਉਸੇ ਮੁਆਬ ਦੇ ਵਿੱਚ ਸਥਿਰ ਹੋ ਜਾਣਾ। ਇਸ ਤਰ੍ਹਾਂ ਇੱਕ ਗਲਤ ਸੋਚ ਦੇ ਨਾਲ ਅਤੇ ਫੈਸਲਾ ਲਿਆ ਅਤੇ ਪਰਮੇਸ਼ਵਰ ਦੇ ਫੈਸਲੇ ਦੇ ਵਿਰੁੱਧ ਕੰਮ ਕੀਤਾ। ਮਾਤਾਓ, ਪਿਤਾਓ, ਧਿਆਨ ਨਾਲ ਸੁਣੋ, ਜੇ ਗਲਤ ਫੈਸਲੇ ਕਰ ਰਹੇ ਹੋ ਤਾਂ ਉਹਨਾਂ ਫੈਸਲਿਆਂ ਦੁਆਰਾ ਸਿਰਫ ਤੁਹਾਡੇ ਹੀ ਜੀਵਨ ਦੇ ਵਿੱਚ ਨਸ਼ਟ ਤੇ ਕਸ਼ਟ ਨਹੀਂ ਆਣਗੇ, ਤੁਹਾਡੀਆਂ ਸੰਤਾਨਾਂ ਤੇ ਉਹਨਾਂ ਦੇ ਭਵਿੱਖ ਤੇ ਵੀ ਬੁਰਾ ਅਸਰ ਹੋਵੇਗਾ। ਪਿਤਾ ਹੋ ਕੇ ਐਲੀਮੇਲੇਕ ਨੇ ਜੋ ਗਲਤ ਫੈਸਲਾ ਕੀਤਾ, ਸਿਰਫ ਉਹਦੀ ਹੀ ਜਾਨ ਨੂੰ ਨਹੀਂ, ਉਹਦੇ ਬੱਚਿਆਂ ਦੀ ਜਾਨ ਨੂੰ ਵੀ ਗਵਾ ਲਿਆ। ਪਿਤਾਓ, ਮਾਤਾਓ, ਤੁਸੀਂ ਜੋ ਵੀ ਫੈਸਲਾ ਕਰੋ, ਪਰਮੇਸ਼ਵਰ ਦੇ ਵਿਰੁੱਧ ਫੈਸਲਾ ਨਾ ਲਿਓ। ਉਹ ਸਿਰਫ ਤੁਹਾਨੂੰ ਹੀ ਨਹੀਂ, ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਵੀ ਨਾਸ਼ ਕਰੇਗਾ। ਉਸਨੇ ਸੋਚਿਆ ਪਰਿਵਾਰ ਨੂੰ ਪਾਲਾਂਗਾ ਪਰਮੇਸ਼ਵਰ ਦੀ ਹਜ਼ੂਰੀ ਤੋਂ। ਆਪਣੇ ਪਰਿਵਾਰ ਨੂੰ ਮੁਆਬ ਲੈ ਗਿਆ, ਪਰ ਆਪ ਨਾ ਜਿਉਂਦਾ ਰਹਿ ਸਕਿਆ। ਉਹਦੇ ਤੇ ਜਿਹਨੇ ਵਿਸ਼ਵਾਸ ਕੀਤਾ ਉਹ ਪੁੱਤਰ ਵੀ ਜੀ ਨਾ ਸਕਿਆ। ਕੱਲੀਆਂ 3 ਔਰਤਾਂ ਉਸ ਘਰ 'ਚ ਵਿਧਵਾ ਦੇ ਰੂਪ 'ਚ ਰਹਿ ਗਈਆਂ। ਕਿੰਨੇ ਦੁੱਖ ਦੀ ਗੱਲ ਆ, ਕਿੰਨੀ ਭਿਆਨਕ ਗੱਲ ਆ। ਲੇਕਿਨ ਉਹਨਾਂ ਤਿੰਨਾਂ 'ਚੋਂ ਇੱਕ ਔਰਤ ਇੱਕ ਫੈਸਲੇ ਤੇ ਆਈ। ਉਹ ਫੈਸਲਾ ਕੀ ਸੀ? ਉਸ ਫੈਸਲੇ ਦੇ ਪਿੱਛੇ ਮਕਸਦ ਕੀ ਸੀ? ਉਹ ਫੈਸਲੇ ਨੇ ਬੰਜਰ ਜ਼ਮੀਨ ਨੂੰ ਕਿਵੇਂ ਫਲਵੰਤ ਕੀਤਾ? ਉਸ ਫੈਸਲੇ ਨੇ ਕਿਸ ਤਰ੍ਹਾਂ ਜਿਸ ਘਰਾਣੇ 'ਚ ਯੀਸ਼ੂ ਨੇ ਜਨਮ ਲਿਆ, ਉਸ ਵੰਸ਼ਾਵਲੀ 'ਚ ਆਪਣੇ ਨਾਮ ਨੂੰ ਲਿਖ ਪਾਈ ਇੱਕ ਮੁਆਬ ਦੀ ਔਰਤ ਇੱਕ ਵਧੀਆ ਫੈਸਲਾ ਲਿਆ। ਉਸ ਫੈਸਲੇ ਨੇ ਉਹਦੇ ਜੀਵਨ ਨੂੰ ਬਦਲ ਦਿੱਤਾ। ਇਤਿਹਾਸ 'ਚ ਨਾ ਮਿਟ ਸਕੇ ਐਸੀ ਉੱਤਮ ਔਰਤ ਦੇ ਰੂਪ 'ਚ ਉਸ ਨੂੰ ਬਣਾਤਾ। ਅਸੀਂ ਅੱਗੇ ਵੇਖਾਂਗੇ।
ਆਓ ਆਪਾਂ ਮਿਲ ਕੇ ਪ੍ਰਾਰਥਨਾ ਕਰੀਏ। ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ, ਦੁੱਖਾਂ ਤਕਲੀਫਾਂ ਵਿੱਚ ਤੁਹਾਡੇ ਨਾਲ ਹੀ ਜੀ ਸਕੀਏ, ਇਸ ਤਰ੍ਹਾਂ ਕਹਿ ਸਕੀਏ, ਐਸਾ ਜੀਵਨ ਸਾਨੂੰ ਦੇ ਦਿਓ। ਜੇ ਸਾਡੇ ਫੈਸਲੇ ਵਿੱਚ ਪਾਪ ਹੈ ਤਾਂ ਗਲਤ ਕਦਮ ਚੱਕਣ ਤੇ, ਗਲਤ ਫੈਸਲੇ ਕਰਨ ਤੇ ਉਹ ਸਾਡੇ ਬੱਚੇ ਅਤੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਵੀ ਨਾਸ਼ ਕਰੇਗਾ ਪਿਤਾ। ਇਸ ਲਈ ਅਸੀਂ ਜੋ ਵੀ ਫੈਸਲੇ ਕਰੀਏ ਤੁਹਾਡੇ ਵਚਨ ਦੇ ਅਨੁਸਾਰ, ਤੁਹਾਡੀ ਇੱਛਾ ਦੇ ਮੁਤਾਬਿਕ ਹੀ ਹੋ ਸਕਣ, ਐਸੇ ਫੈਸਲੇ ਲੈ ਸਕੀਏ। ਐਸੀ ਕਿਰਪਾ ਸਾਡੇ ਸਾਰਿਆਂ ਤੇ ਕਰੋ, ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ, ਆਮੀਨ। ਪ੍ਰਭੂ ਚ ਮੇਰੇ ਸਾਰੇ ਭੈਣੋ ਤੇ ਭਰਾਵੋ, ਤੁਹਾਨੂੰ ਸਾਰਿਆਂ ਨੂੰ ਸ਼ਾਲੋਮ। ਤੁਸੀਂ ਠੀਕ ਹੋ? ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕੇ ਆ। ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ ਪਿਆਰ ਕੀਤਾ, ਉਤਸ਼ਾਹਿਤ ਕੀਤਾ, ਪ੍ਰਾਰਥਨਾ ਕੀਤੀ। ਇੰਨਾ ਹੀ ਨਹੀਂ, ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ। ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ। ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੁਸਮਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ। ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ, ਭਾਰਤ ਦੇਸ਼ 'ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੁਸਮਾਚਾਰ ਨੂੰ ਅਸੀਂ ਫੈਲਾ ਸਕੀਏ, ਮਿਹਨਤ ਕਰ ਰਹੇ ਹਾਂ। ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਏ ਜਾ ਰਹੇ ਆ। ਬੋਝ ਨਾਲ ਭਰੀ ਇਹ ਸੇਵਕਾਈ ਜੇ ਜਾਰੀ ਰੱਖਣੀ ਹੈ ਤਾਂ ਜ਼ਰੂਰ ਤੁਹਾਡੀ ਸਹਾਇਤਾ, ਪ੍ਰਾਰਥਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ। ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20,000, 30,000, 40,000, 50,000 ਤੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ। ਜੇ ਪ੍ਰਭੂ ਤੁਹਾਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ, ਜੇ ਤੁਹਾਡੇ ਮਨ 'ਚ ਬੋਝ ਆਵੇ ਤਾਂ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਵਕਾਈ ਦੀ ਮਦਦ ਕਰੋ। ਮੈਂ ਚਾਹੁੰਦਾ ਹਾਂ ਪਿਆਰਿਓ, ਹੈਦਰਾਬਾਦ 'ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪਾਂਸਰ ਮੀਟਿੰਗ 'ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾਂ ਸੁਸਮਾਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ। ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫ਼ਤੇ ਕੀ ਪਰਿਵਾਰ 'ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ 'ਚ ਚਮਤਕਾਰ ਕੀਤਾ, ਕੀ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ? ਜੇ ਦਿੱਤਾ ਹੈ, ਕਿ ਧੰਨਵਾਦੀ ਹੋ ਕੇ ਕਲਵਰੀ ਆਵਾਜ਼ ਦੀ ਸਹਾਇਤਾ ਕਰਨਾ ਚਾਹੋਗੇ? ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ, ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ, ਮੂੰਹ ਜੂਠਾ ਕਰਵਾਉਣਾ, ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾਂ ਦੁਆਰਾ ਜੇ ਆਪਣੇ ਬੱਚਿਆਂ ਦੇ ਜੀਵਨ 'ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਵਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕੰਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ। ਯਾਨੀ ਮੇਰੀ ਮਿਹਨਤ 'ਚ ਤੁਸੀਂ ਵੀ ਹਿੱਸਾ ਲੈ ਕੇ ਸੁਸਮਾਚਾਰ ਵੰਡੋ। ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ। ਮਨ ਤੋਂ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੁਸਮਾਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸਤੀਸ਼ ਕੁਮਾਰ। आप सबको शलोम। मेरा नाम अजय कुमार है। मैं प्रभु का भय मानना छोड़ दिया और अपने मर्जी के अनुसार जीता था। मुझे गुस्सा जल्दी आती थी, इसके कारण हमारे घर में हर समय झगड़े होते थे।
अगर कोई लड़की मुझे दिखाई दे तो मैं उनको बुरी नज़र से देखता था, मन में गंदे सोच और विचार लाता था। मेरा हृदय सारा पाप से भरा हुआ था, लेकिन एक भक्त जैसे नाटक करता था। हमारे पिताजी बहुत शराब पीते थे। उनकी तबीयत बिगड़ गई और हॉस्पिटल में उनकी मृत्यु हो गई। तब से हमारे घर में मुश्किलें बढ़ गए। आर्थिक समस्याओं के कारण हमारे घर में झगड़े होते थे, सुख शांति नहीं रहती थी। मेरे गलत सोच और विचार के कारण और घर में झगड़ों के कारण मैं प्रभु के मार्गों पर चल नहीं पाता था। ऐसे वाले समय में मैं अपने दोस्त के मोबाइल में कलवरी टेम्पल का वचन सुना। वचन सुनकर मुझे पता चला ये वचन मेरे जीवन को जरूर सुधारेगा, और अगले रविवार ही मैं कलवरी टेम्पल गया। उस दिन चर्च में वचन के द्वारा प्रभु के दास चेतावनी दिए। उस भयानक नरक दी अग तो बचाना है, छुड़ाना है। इसलिए यीशु मसीह ਨੂੰ ਪਿਤਾ ਪਰਮੇਸ਼ਵਰ ਨੇ ਮਰਨ ਦੇ ਲਈ ਭੇਜ ਦਿੱਤਾ। ਐਨੇ ਵੱਡੇ ਬਲੀਦਾਨ ਨੂੰ ਕਰਨ ਤੋਂ ਬਾਅਦ ਆਪਣੇ ਪੁੱਤਰ ਨੂੰ ਹੀ ਮਰਨ ਦੇ ਲਈ ਸੌਂਪਣ ਤੋਂ ਬਾਅਦ ਜੇ ਤੁਸੀਂ ਅੱਜ ਵੀ ਗੁਨਾਹ 'ਚ ਜੀਓਗੇ, ਜੇ ਅੱਜ ਵੀ ਆਪਣੀ ਮਨਮਰਜ਼ੀ ਕਰੋਗੇ, ਤਾਂ ਉਸ ਪਰਮੇਸ਼ਵਰ ਦੇ ਪਿਆਰ ਨੂੰ ਨਾ ਸਮਝ ਕੇ, ਉਹਦੇ ਬਲੀਦਾਨ ਨੂੰ ਮਹੱਤਵ ਨਾ ਦੇ ਕੇ, ਜੇ ਹੁਣ ਵੀ ਗਲਤ ਰਾਹ ਤੇ ਚੱਲੋਗੇ ਤਾਂ ਬੁਰਾ ਜੀਵਨ ਜੀਓਗੇ, ਤਾਂ ਪਰਮੇਸ਼ਵਰ ਦੁਆਰਾ ਕੀਤੀ ਹੋਈ ਭਲਾਈ, ਉਹਦੇ ਦੁਆਰਾ ਕੀਤੇ ਤਿਆਗ, ਕੀਤੇ ਹੋਏ ਬਲੀਦਾਨ ਦੇ ਨਾਲ ਕੀ ਤੁਹਾਨੂੰ ਕੋਈ ਫਾਇਦਾ ਹੋਵੇਗਾ? इस गल पे विचार करो। इतने दिन जो मैं एक भक्त के जैसे नाटक कर रहा था, वचन के द्वारा सीधे प्रभु मुझे बता दिए, मेरे गुस्से को और बुरे सोच विचारों को निकाल दीजिए। ऐसे मैं प्रभु से पश्चाताप करते हुए प्रार्थना किया। तब से नियमित रूप से चर्च जाते हुए, वचन सुनते हुए आत्मिक रूप से मैं आगे बढ़ रहा हूँ, और अब मैं अपने सारे बुरे आदतों को छोड़ दिया। अगर अब मुझे कोई स्त्री दिखाई देने से बुरे विचार नहीं ला रहा हूँ। अब मैं गुस्सा बिल्कुल नहीं कर रहा हूँ। घर में हम सुख शांति से रह रहे हैं। जब मैं अच्छी तरह से जीवन बिताना शुरू किया, हमारे घर वाले मेरी शादी करना चाहते थे। मैं प्रभु पर विश्वास करता था और चाहता था कि मुझे भी एक अच्छी विश्वासी पत्नी मिले। ये बात हमारे रिश्तेदारों को पसंद नहीं था। अगर आप मसीही शादी करोगे तो आपको बच्चे बिल्कुल नहीं होंगे, इस तरह से वो मुझसे कहते थे, लेकिन मैं उनके बातों पर बिल्कुल ध्यान नहीं देता था। प्रभु मेरे जीवन में आश्चर्य कार्य किए। एक विश्वासी स्त्री से मेरी शादी धूमधाम से करवाए। शादी के बाद भी प्रभु हमें बहुत आशीष दिए, हमें एक बेटी दिए। पहले मेरे रिश्तेदार मुझे अपमानित करते थे, अब वो प्रभु को महिमा दे रहे हैं। पहले हमारे पास खाने के लिए भी ठीक से भोजन नहीं रहता था, लेकिन अब प्रभु उस कमी को दूर किए, और प्रभु हम दोनों को, मुझे और मेरी पत्नी को, अच्छी नौकरी दिए। प्रभु हमें इतना आशीष दिए। हम चाहते थे कि हम प्रभु का सुसमाचार सुनाएं, और हम दोनों की तनख्वाह में से पैसों को इकट्ठा करके अब तक हम 4 बार प्रभु का सुसमाचार सबको सुनाए। पहले हमारा जीवन कमी घटियों से भरा हुआ था, लेकिन आज प्रभु हमारे जीवन में आशीषों से भर दिए। जहीराबाद में जब प्रभु का भवन निर्माण हो रहा था, प्रभु इसके लिए भेंट देने में मेरी सहायता किए। प्रभु के दास कलीसिया के लोगों से इतना प्रेम करते हैं। ऐसे कलीसिया में रहना हमारे लिए आशीषदायक है। हमारे परिवार के साथ और हमारे हर एक कामों में यीशु हमारे साथ है, इसलिए हम खुशी से जीवन बिता रहे हैं। सच्चे परमेश्वर के बारे में मुझे बताए प्रभु के दास सतीश कुमार जी को मेरा धन्यवाद। मेरे जीवन को सुधारे, मेरे पापों को उनके लहू से धोए। यीशु को सारी महिमा, आदर और गौरव मिले। ਗੰਦਗੀ ਨਾਲ ਅਤੇ ਗੁੱਸੇ ਨਾਲ ਆਪਣੇ ਜੀਵਨ ਨੂੰ ਬਰਬਾਦ ਕਰਨ ਵਾਲੇ ਇੱਕ ਜਵਾਨ ਦਾ ਜੀਵਨ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਕਿਸ ਤਰ੍ਹਾਂ ਪਵਿੱਤਰ ਕੀਤਾ ਗਿਆ। ਉਹ ਜਵਾਨ ਦੇ ਜੀਵਨ ਦੇ ਵਿੱਚ, ਵਿਵਹਾਰ ਦੇ ਵਿੱਚ ਸੁਧਾਰ ਆਇਆ ਹੈ, ਅਸੀਂ ਵੇਖਿਆ ਹੈ। ਪਰਮੇਸ਼ਵਰ ਦੇ ਵਚਨ ਦੇ ਵਿੱਚ ਪਾਪੀ ਇਨਸਾਨ ਨੂੰ ਪਵਿੱਤਰ ਕਰਨ ਦੀ ਸਾਮਰਥ ਹੈ। ਜੇ ਅੱਜ ਵੀ ਤੁਸੀਂ ਗੁਨਾਹ ਕਰਦੇ ਹੋਏ ਅਤੇ ਪਾਪਮਈ ਜੀਵਨ ਜੀਂਦੇ ਹੈ ਤਾਂ ਅਤੇ ਨਾਸ਼ ਹੋ ਰਹੇ ਹੋ ਅਤੇ ਨਰਕ ਜਾ ਰਹੇ ਹੋ, ਤਾਂ
ਜੇ ਦੌੜ ਲਗਾ ਰਹੇ ਹੋ ਤਾਂ ਮੇਰੇ ਭੈਣੋ ਅਤੇ ਭਰਾਵੋ, ਇਹ ਸਹੀ ਸਮੇਂ ਹੈ, ਉद्धार ਦਾ ਦਿਨ ਹੈ। ਪ੍ਰਭੂ ਯੀਸ਼ੂ ਮਸੀਹ ਦੇ ਦੇਣ ਵਾਲੇ ਪਵਿੱਤਰ ਜੀਵਨ ਨੂੰ ਪਾਲੋ। ਮੈਂ ਇਹ ਕਹਿ ਕੇ ਬੇਨਤੀ ਕਰ ਰਿਹਾ ਹਾਂ, ਉਸ ਬ੍ਰਦਰ ਦੇ ਜੀਵਨ 'ਚ ਜਦੋਂ ਸੁਧਾਰ ਆਇਆ, ਉਹ ਕਿਸ ਤਰ੍ਹਾਂ ਨਾਲ ਆਪਣੇ ਪਰਿਵਾਰ ਦੇ ਲਈ ਆਸ਼ੀਸ਼ ਦਾ ਅਤੇ ਆਨੰਦ ਦਾ ਕਾਰਨ ਬਣਿਆ ਅਤੇ ਉਹ ਜਿਹਦੇ ਲਈ ਜੀਵਨ ਜੀ ਰਿਹਾ ਸੀ, ਅਸੀਂ ਉਹ ਵੇਖਿਆ ਹੈ। ਵਚਨ ਨੇ ਉਹਦਾ ਜੀਵਨ ਸੁਧਾਰਿਆ ਹੈ, ਇਸ ਲਈ ਵਚਨ ਨੂੰ ਲੱਖਾਂ ਲੋਕਾਂ ਨੇ ਸੁਣਨਾ ਹੈ, ਇਸ ਲਈ ਉਸਨੇ ਕਲਵਰੀ ਆਵਾਜ਼ ਦੇ ਦੁਆਰਾ ਵਚਨ ਨੂੰ ਪਹੁੰਚਾਉਣ ਦੀ ਸਹਾਇਤਾ ਕੀਤੀ। ਅਸੀਂ ਵੇਖਿਆ ਹੈ ਉद्धार ਪਾਏ ਹੋਏ ਹਰ ਵਿਅਕਤੀ ਨੇ ਨਾਸ਼ ਹੋਣ ਵਾਲੇ ਦੂਸਰੇ ਲੋਕਾਂ ਨੂੰ ਮਸੀਹ ਦੇ ਪਿਆਰ ਨੂੰ ਕੰਮਾਂ 'ਚ ਵਿਖਾਉਣਾ ਹੈ। ਮਸੀਹ ਦੇ ਸੁਸਮਾਚਾਰ ਦਾ ਪ੍ਰਚਾਰ ਕਰਨਾ ਹੈ। ਇਸ ਆਗਿਆ ਨੂੰ ਪਰਮੇਸ਼ਵਰ ਨੇ ਸਾਨੂੰ ਦਿੱਤੀ ਹੈ। ਇਸ ਆਗਿਆ ਨੂੰ ਗ੍ਰਹਿਣ ਕਰਨ ਵਾਲੇ ਕਲਵਰੀ ਟੈਂਪਲ ਦੇ ਮੈਂਬਰ ਉਸੇ ਤਰ੍ਹਾਂ ਇਸ ਦੀਨ ਸੇਵਕ ਦੇ ਸੰਦੇਸ਼ਾਂ ਦੁਆਰਾ ਆਤਮਿਕ ਤੌਰ ਤੇ ਆਸ਼ੀਸ਼ ਪਾਉਣ ਵਾਲੇ ਇਸ ਕਰੋਨਾ ਕਾਲ ਦੇ ਵਿੱਚ ਬਿਨਾਂ ਰੋਕੇ ਵੀ ਸੁਸਮਾਚਾਰ ਦੇ ਲਈ ਮਦਦ ਕਰ ਰਹੇ ਆ। ਇਸੇ ਲਈ ਕਲਵਰੀ ਆਵਾਜ਼ ਦੇ ਟੀਵੀ ਪ੍ਰੋਗਰਾਮ ਨੂੰ ਬਿਨਾਂ ਰੋਕੇ ਬੰਦ ਕੀਤੇ ਬਿਨਾਂ ਹਰ ਭਾਸ਼ਾ ਜਾਣੇ 16 ਭਾਸ਼ਾ 'ਚ ਸੁਸਮਾਚਾਰ ਪ੍ਰਚਾਰ ਕੀਤਾ ਜਾ ਰਿਹਾ। ਇਹਦਾ ਖਾਸ ਕਾਰਨ ਇਹ ਹੈ ਕਿ ਇਸ ਤਰ੍ਹਾਂ ਦੇ ਧੰਨਵਾਦੀ ਲੋਕ ਪਰਮੇਸ਼ਵਰ ਦੁਆਰਾ ਕੀਤੀਆਂ ਆਸ਼ੀਸ਼ਾਂ ਲਈ ਮੈਂ ਕੀ ਦੇ ਸਕਦਾ ਹਾਂ। ਉਸਨੇ ਪਾਪੀ ਜੀਵਨ ਨੂੰ ਪਵਿੱਤਰ ਕੀਤਾ ਅਤੇ ਨਰਕ ਵਾਲੇ ਪਰਿਵਾਰ ਨੂੰ ਸੁਧਾਰ ਦਿੱਤਾ। ਇਸ ਤਰ੍ਹਾਂ ਉਸ ਭਰਾ ਨੇ ਧੰਨਵਾਦੀ ਤੌਰ ਤੇ ਕਲਵਰੀ ਆਵਾਜ਼ ਦੀ ਸਹਾਇਤਾ ਕੀਤੀ। ਧੰਨਵਾਦੀ ਜੀਵਨ ਹੈ ਐਸਾ ਧੰਨਵਾਦੀ ਜੀਵਨ, ਅਗਰ ਹੈ ਤਾਂ ਅਸੀਂ ਚੁੱਪ ਕਿਵੇਂ ਰਵਾਂਗੇ? ਧੰਨਵਾਦੀ ਹੋ ਕੇ ਆਪਣੇ ਕੰਮਾਂ ਦੇ ਵਿੱਚ ਧੰਨਵਾਦ ਨੂੰ ਦਿਖਾਓ ਤਾਂ ਕਿੰਨਾ ਚੰਗਾ ਹੋਵੇਗਾ। ਇੱਕ ਪਾਸੇ ਤੁਹਾਡੇ ਜੀਵਨ ਨੂੰ ਮਸੀਹ ਦੀ ਸਮਾਨਤਾ ਦੇ ਵਿੱਚ ਬਦਲਣ ਦੇ ਲਈ ਪਵਿੱਤਰ ਆਤਮਾ ਦੇ ਅੱਗੇ ਪ੍ਰਾਰਥਨਾ ਕਰੋ, ਉਸੇ ਤਰ੍ਹਾਂ ਮਸੀਹ ਦੇ ਸੁਸਮਾਚਾਰ ਅਤੇ ਸੰਦੇਸ਼ਾਂ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਓ। ਸ਼ਲੋਮ, ਕਲਵਰੀ ਪ੍ਰੇ ਟਾਵਰ 'ਚ ਤੁਹਾਡਾ ਸਵਾਗਤ ਹੈ। ਅਗਰ ਤੁਹਾਡੇ ਵਿੱਚੋਂ 2 ਜਣੇ ਧਰਤੀ ਤੇ ਕਿਸੇ ਗੱਲ ਦੇ ਲਈ ਇੱਕ ਮਨ ਹੋ ਕੇ ਉਹਦੇ ਤੋਂ ਮੰਗੋਗੇ ਤਾਂ ਮੇਰੇ ਪਿਤਾ ਦੇ ਵੱਲੋਂ ਜਿਹੜਾ ਸਵਰਗ ਵਿੱਚ ਹੈ ਉਹਨਾਂ ਲਈ ਹੋ ਜਾਵੇਗਾ। ਇਸ ਤਰ੍ਹਾਂ ਯੀਸ਼ੂ ਮਸੀਹ ਨੇ ਸਾਨੂੰ ਸਿਖਾਇਆ ਤੁਹਾਡੇ ਨਾਲ ਮਿਲ ਕੇ ਤੁਹਾਡੀਆਂ ਜ਼ਰੂਰਤਾਂ ਦੇ ਲਈ ਪ੍ਰਾਰਥਨਾ ਕਰਨ ਦੇ ਲਈ। ਪ੍ਰਭੂ ਦੇ ਸੇਵਕ ਡਾਕਟਰ ਪੀ ਸਤੀਸ਼ ਕੁਮਾਰ ਦੁਆਰਾ ਸ਼ੁਰੂ ਕੀਤੀ ਗਈ ਅਦਭੁਤ ਸੇਵਕਾਈ ਹੈ ਕੈਲਵਰੀ ਪ੍ਰੇ ਟਾਵਰ। ਤੁਸੀਂ ਕਿਹੜੇ ਵੀ ਇਲਾਕੇ ਦੇ ਹੋ, ਜਿਹੜੀ ਵੀ ਭਾਸ਼ਾ ਬੋਲੋ, ਤੁਹਾਡੇ ਨਾਲ ਮਿਲ ਕੇ ਤੁਹਾਡੀ ਭਾਸ਼ਾ ਵਿੱਚ ਤੁਹਾਡੇ ਨਾਲ ਮਿਲ ਕੇ 24 ਘੰਟੇ ਯੋਧੇ ਮਿਲ ਕੇ ਪ੍ਰਾਰਥਨਾ ਕਰਨ ਦੇ ਲਈ ਤਿਆਰ ਹੈ। ਹਰ ਰੋਜ਼ 5000 ਤੋਂ ਜ਼ਿਆਦਾ ਪ੍ਰਾਰਥਨਾਵਾਂ ਬੇਨਤੀਆਂ ਸਾਡੇ ਕੋਲ ਪਹੁੰਚਾਈਆਂ ਜਾਂਦੀਆਂ ਹੈ। ਪ੍ਰਾਰਥਨਾ ਕਰਦੇ ਆ ਅਤੇ ਪ੍ਰਾਰਥਨਾ ਯੋਧੇ ਪ੍ਰਾਰਥਨਾ ਕਰਦੇ ਆ, ਪੂਰੀ ਕਲੀਸਿਆ ਮਿਲ ਕੇ ਪ੍ਰਾਰਥਨਾ ਕਰਦੇ ਆ ਅਤੇ ਪ੍ਰਭੂ ਅਦਭੁਤ ਕੰਮ ਕਰ ਰਹੇ ਆ। ਜੇ ਤੁਹਾਨੂੰ ਪ੍ਰਾਰਥਨਾ ਦੀ ਲੋੜ ਹੈ ਤਾਂ ਸਕਰੀਨ ਤੇ ਦੇਖ ਰਹੇ ਨੰਬਰ ਤੇ ਹੁਣੇ ਕਾਲ ਕਰੋ। ਸਾਡੇ ਪ੍ਰਾਰਥਨਾ ਯੋਧਿਆਂ ਨਾਲ ਮਿਲ ਕੇ ਪ੍ਰਾਰਥਨਾ ਕਰੋ ਅਤੇ ਪ੍ਰਭੂ ਤੋਂ ਤੁਸੀਂ ਉੱਤਰ ਪਾਓ। ਪ੍ਰਾਰਥਨਾ ਕਰਨ ਦੇ ਲਈ ਸਾਡੇ ਨਾਲ ਸੰਪਰਕ ਕਰਨ ਵਾਲਾ ਨੰਬਰ ਹੈ 9100600300। ਸਾਰਿਆਂ ਨੂੰ ਬਚਾਉਣ ਦੇ ਲਈ ਇਸ ਲਈ 17 ਭਾਸ਼ਾਵਾਂ ਦੇ ਵਿੱਚ ਪ੍ਰਭੂ ਦੇ ਸੇਵਕ ਪ੍ਰਾਰਥਨਾ ਕਰਦੇ ਆ ਅਤੇ ਵਚਨ ਸੁਣਾਉਂਦੇ ਆ।